ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 4th ਕਲਾਸ ਬੱਚਿਓ, ਅੱਜ ਅਸੀਂ ਤੁਹਾਡੀ ਪਾਠ ਪੁਸਤਕ ਦਾ ਪਾਠ ਨੰਬਰ 4 ਅਧਿਆਪਕਾਂ ਦਾ ਸਤਿਕਾਰ ਪੜ੍ਹਾਂਗੇ। ਪਾਠ ਦਾ ਉਦੇਸ਼ ਵਿਦਿਆਰਥੀਆਂ ਨੂੰ ਅਧਿਆਪਕਾਂ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕਰਨਾ। ਬੱਚਿਓ, ਇਹ ਇਸ ਪਾਠ ਦਾ ਉਦੇਸ਼ ਹੈ ਕਿ ਵਿਦਿਆਰਥੀਆਂ ਨੂੰ ਅਧਿਆਪਕਾਂ ਦਾ ਵੱਧ ਤੋਂ ਵੱਧ ਸਤਿਕਾਰ ਕਰਨਾ ਚਾਹੀਦਾ ਹੈ। ਅੱਜ ਅਰਵਿੰਦ ਰੋਂਦਾ ਰੋਂਦਾ ਸਕੂਲੋਂ ਘਰ ਆਇਆ। ਰੋ ਰੋ ਕੇ ਉਸਨੇ ਆਪਣਾ ਬੁਰਾ ਹਾਲ ਕੀਤਾ ਹੋਇਆ ਸੀ। ਆਪਣੇ ਪੁੱਤਰ ਨੂੰ ਇਸ ਹਾਲਤ ਵਿੱਚ ਵੇਖ ਕੇ ਨੀਲਮ, ਉਸਦੀ ਮੰਮੀ, ਦੌੜੀ ਦੌੜੀ ਆਈ ਅਤੇ ਉਸਨੂੰ ਪਿਆਰ ਦਿਲਾਸਾ ਦੇ ਕੇ ਪੁੱਛਣ ਲੱਗੀ, ਅਰਵਿੰਦ ਕੀ ਹੋਇਆ? ਤੂੰ ਰੋ ਕਿਉਂ ਰਿਹਾ ਹੈ? ਕੀ ਤੈਨੂੰ ਕਿਸੇ ਨੇ ਮਾਰਿਆ ਹੈ? ਮੈਨੂੰ ਜਲਦੀ ਦੱਸ। ਬੱਚੇ ਦਾ ਨਾਂ ਅਰਵਿੰਦ ਆ। ਉਹ ਰੋਂਦਾ ਰੋਂਦਾ ਸਕੂਲੋਂ ਆਉਂਦਾ ਹੈ। ਮੰਮੀ ਉਹਦੀ ਇਸ ਹਾਲਤ 'ਚ ਉਹਨੂੰ ਦੇਖਦੀ ਹੈ ਅਤੇ ਘਬਰਾ ਕੇ ਉਹਨੂੰ ਪੁੱਛਦੀ ਹੈ ਵੀ ਕੀ ਹੋਇਆ? ਤੂੰ ਰੋ ਕਿਉਂ ਰਿਹਾ ਹੈ? ਜਲਦੀ ਦੱਸ ਉਸਨੂੰ। ਮਾਂ ਕੋਲੋਂ ਪਿਆਰ ਦੇ 2 ਬੋਲ ਸੁਣ ਕੇ ਅਰਵਿੰਦ ਹੋਰ ਉੱਚੀ ਉੱਚੀ ਰੋਣ ਲੱਗਾ। ਨੀਲਮ ਉਸਨੂੰ ਵੇਖ ਕੇ ਘਬਰਾ ਗਈ। ਉਹ ਸੋਚ ਰਹੀ ਸੀ ਕਿ ਪਤਾ ਨਹੀਂ ਅਰਵਿੰਦ ਨੂੰ ਕੀ ਹੋ ਗਿਆ, ਉਹ ਕਿਉਂ ਰੋਈ ਜਾ ਰਿਹਾ ਹੈ। ਉਸਨੇ ਫਿਰ ਪੁੱਛਿਆ, ਅਰਵਿੰਦ ਕੀ ਗੱਲ ਹੈ ਬੇਟੇ, ਤੂੰ ਰੋਈ ਕਿਉਂ ਜਾ ਰਿਹਾ ਹੈ? ਮੰਮੀ ਮੈਨੂੰ ਮੈਡਮ ਨੇ ਮਾਰਿਆ। ਇੰਨਾ ਕਹਿ ਕੇ ਉਹ ਹੋਰ ਉੱਚੀ ਉੱਚੀ ਰੋਣ ਲੱਗਾ। ਕਿਉਂ ਮਾਰਿਆ ਤੇਰੀ ਮੈਡਮ ਨੇ? ਨੀਲਮ ਗੁੱਸੇ ਵਿੱਚ ਆਉਂਦੀ ਬੋਲੀ। ਮੰਮੀ, ਮੇਰਾ ਹਿਸਾਬ ਦਾ ਸਵਾਲ ਠੀਕ ਨਹੀਂ ਸੀ। ਫਿਰ ਕੀ ਹੋਇਆ ਜੇ ਸਵਾਲ ਠੀਕ ਨਹੀਂ ਸੀ? ਬੱਚੇ ਨੂੰ ਮਾਰਨ ਦੀ ਕੀ ਲੋੜ ਸੀ? ਮੈਂ ਕੱਲ੍ਹ ਨੂੰ ਸਕੂਲ ਜਾ ਕੇ ਤੇਰੀ ਉਸ ਮੈਡਮ ਨੂੰ ਪੁੱਛਾਂਗੀ। ਤੂੰ ਹੁਣ ਚੁੱਪ ਕਰ ਜਾ ਅਤੇ ਮੂੰਹ ਹੱਥ ਧੋ ਕੇ ਰੋਟੀ ਖਾ। ਰਾਤ ਨੂੰ ਜਦੋਂ ਅਰਵਿੰਦ ਦੇ ਡੈਡੀ ਘਰ ਆਏ ਤਾਂ ਨੀਲਮ ਭਰੀ ਪੀਤੀ ਬੈਠੀ ਸੀ। ਜਦੋਂ ਉਸਨੇ ਪੁੱਛਿਆ ਤਾਂ ਗੁੱਸੇ ਵਿੱਚ ਆਫਰ ਕੇ ਬੋਲੀ, ਮੈਂ ਉਸ ਮੈਡਮ ਨੂੰ ਨਹੀਂ ਛੱਡਣਾ। ਉਸਨੇ ਮੇਰੇ ਬੱਚੇ ਨੂੰ ਕੁੱਟਿਆ। ਕਿਹੜੀ ਮੈਡਮ ਨੇ ਅਰਵਿੰਦ ਨੂੰ ਕੁੱਟਿਆ? ਅਰਵਿੰਦ ਦਾ ਡੈਡੀ ਵੀ ਆਪਣੀ ਪਤਨੀ ਵਾਂਗ ਹੀ ਗੁੱਸੇ ਵਿੱਚ ਬੋਲਿਆ। ਬੱਚਿਓ, ਇਹ ਸਾਰੀ ਗੱਲਬਾਤ ਅਰਵਿੰਦ 'ਚ ਪਹਿਲਾਂ ਅਰਵਿੰਦ ਅਤੇ ਉਸਦੀ ਮੰਮੀ 'ਚ ਹੁੰਦੀ ਹੈ। ਫਿਰ ਸਾਰੀ ਗੱਲ ਅਰਵਿੰਦ ਦੀ ਮੰਮੀ ਨੀਲਮ ਆਪਣੇ ਪਤੀ ਨੂੰ ਦੱਸਦੀ ਹੈ। ਇਹ ਸੀ ਪੰਨਾ ਨੰਬਰ 29। ਪੰਨਾ ਨੰਬਰ 30। ਹਿਸਾਬ ਵਾਲੀ ਮੈਡਮ ਨੇ ਆਖੇ, ਇਸਨੇ ਸਵਾਲ ਗਲਤ ਕਿਉਂ ਕੱਢਿਆ? ਜੇ ਸਵਾਲ ਗਲਤ ਕੱਢਿਆ ਗਿਆ ਤਾਂ ਬੱਚੇ ਨੂੰ ਮਾਰਨ ਲੱਗ ਪਓ। ਇਹ ਕਿੱਥੋਂ ਦਾ ਇਨਸਾਫ ਹੈ? ਮੈਂ ਕੱਲ੍ਹ ਨੂੰ ਸਕੂਲ ਜਾ ਕੇ ਉਸਨੂੰ ਪੁੱਛਾਂਗੀ, ਨਾਲੇ ਉਸਦੀ ਚੰਗੀ ਭੁਗਤ ਸਵਾਰਾਂਗੀ। ਨੀਲਮ ਹੋਰ ਤੈਸ਼ ਵਿੱਚ ਆ ਕੇ ਬੋਲੀ। ਤੈਸ਼ ਹੁੰਦਾ ਗੁੱਸੇ ਵਿੱਚ। ਮੈਂ ਵੀ ਤੇਰੇ ਨਾਲ ਚੱਲਾਂਗਾ। ਉਸਦਾ ਮਤਲਬ ਕੀ ਬੱਚੇ ਨੂੰ ਹੱਥ ਲਾਉਣ ਦਾ? ਉਸਨੂੰ ਪਤਾ ਨਹੀਂ ਬੱਚਿਆਂ ਨੂੰ ਮਾਰਨਾ ਸਖਤ ਮਨ੍ਹਾ ਹੈ। ਜੇ ਮੇਰੇ ਅਰਵਿੰਦ ਨੂੰ ਕੁਝ ਹੋ ਜਾਂਦਾ ਤਾਂ? ਰਾਜਕੁਮਾਰ ਵੀ ਔਖਾ ਹੁੰਦਾ ਬੋਲਿਆ। ਕਾਕਾ ਕੀ ਗੱਲ ਹੈ? ਕਿਉਂ ਦੋਵੇਂ ਜੀ ਲਾਲ ਪੀਲੇ ਹੋਏ ਜਾ ਰਹੇ ਹੋ? ਅਰਵਿੰਦ ਦੇ ਦਾਦਾ ਜੀ ਉਹਨਾਂ ਦੀਆਂ ਉੱਚੀਆਂ ਉੱਚੀਆਂ ਆਵਾਜ਼ਾਂ ਸੁਣ ਕੇ ਬੋਲੇ। ਪਿਤਾ ਜੀ, ਅੱਜ ਅਰਵਿੰਦ ਨੂੰ ਉਸਦੀ ਹਿਸਾਬ ਵਾਲੀ ਮੈਡਮ ਨੇ ਕੁੱਟਿਆ ਹੈ। ਅਰਵਿੰਦ ਰੋਂਦਾ ਰੋਂਦਾ ਹਕਲਿਆ ਬਕਲਿਆ ਘਰ ਆਇਆ। ਜੇ ਉਸਨੂੰ ਕੁਝ ਹੋ ਜਾਂਦਾ? ਰਾਜਕੁਮਾਰ ਬੋਲਿਆ। ਰਾਜਕੁਮਾਰ ਜਿਹੜਾ ਕਿ ਅਰਵਿੰਦ ਦੇ ਪਾਪਾ ਵਾ। ਅਤੇ ਗੁੱਸੇ 'ਚ ਆ ਕੇ ਸਾਰੀ ਗੱਲ ਅਰਵਿੰਦ ਦੇ ਦਾਦਾ ਜੀ ਨੂੰ ਦੱਸਦੇ ਆ। ਕਾਕਾ ਰਾਜਕੁਮਾਰ, ਇੱਦਾਂ ਕੱਪੜਿਆਂ ਬਾਹਰ ਨਹੀਂ ਹੋਈਦਾ। ਕੱਪੜਿਆਂ ਬਾਹਰ ਹੋਣਾ ਹੁੰਦਾ, ਬਹੁਤ ਗੁੱਸੇ 'ਚ ਨਹੀਂ ਆਈਦਾ। ਥੋੜ੍ਹਾ ਠਰੰਮੇ ਤੋਂ ਕੰਮ ਲਈਦਾ ਹੈ। ਮੈਡਮ ਨੇ ਉਸਦੇ ਦੁਰਲਾ ਵੀ ਦਿੱਤੀਆਂ ਤਾਂ ਕਿਹੜੀ ਆਫਤ ਆ ਗਈ? ਉਸਨੇ ਸਾਡੇ ਬੱਚੇ ਦੇ ਭਲੇ ਲਈ ਲਾਈਆਂ ਹੋਣਗੀਆਂ। ਆਪਣੇ ਬੱਚੇ ਨੂੰ ਇੰਨੀ ਸ਼ਹਿ ਨਾ ਦਿਓ ਕਿ ਉਹ ਆਪਣੇ ਗੁਰੂਆਂ ਦੀ ਇੱਜ਼ਤ ਕਰਨੀ ਭੁੱਲ ਜਾਵੇ। ਬਲਕਿ ਉਸਨੂੰ ਸਮਝਾਓ ਕਿ ਜੇ ਮੈਡਮ ਨੇ ਉਸਨੂੰ ਮਾਰਿਆ ਹੈ ਤਾਂ ਉਸਦੇ ਭਲੇ ਲਈ ਹੀ ਮਾਰਿਆ ਹੈ।
ਅਰਵਿੰਦ ਦੇ ਦਾਦਾ ਜੀ ਉਹਨਾਂ ਨੂੰ ਸਮਝਾਉਂਦਿਆਂ ਬੋਲੇ। ਇਹ ਸੀ ਗੱਲ ਜਿਹੜੀ ਕਿ ਦਾਦਾ ਜੀ ਅਰਵਿੰਦ ਦੇ ਪਾਪਾ ਨਾਲ ਕਰ ਰਹੇ ਨੇ। ਪੰਨਾ ਨੰਬਰ 30 ਸੀ ਇਹ, ਪੰਨਾ ਨੰਬਰ 31। ਫਿਰ ਉਹਨਾਂ ਨੇ ਰਾਹੁਲ ਨੂੰ ਗੁਲਵੱਕੜੀ ਵਿੱਚ ਲੈਂਦਿਆਂ ਕਿਹਾ। ਰਾਹੁਲ ਪੋਤਰਾ ਵਾ ਦਾਦਾ ਜੀ ਦਾ। ਰਾਹੁਲ ਪੁੱਤਰ, ਝੂਠ ਨਾ ਬੋਲੀ। ਮੈਂ ਤੈਨੂੰ ਹਮੇਸ਼ਾ ਸੱਚ ਬੋਲਣ ਦੀ ਸਿੱਖਿਆ ਦਿੱਤੀ ਹੈ। ਸੱਚ ਸੱਚ ਦੱਸੀ ਕਿ ਤੇਰੀ ਮੈਡਮ ਨੇ ਤੈਨੂੰ ਬਹੁਤ ਮਾਰਿਆ। ਨਹੀਂ, ਬਸ ਨਿੱਕਾ ਜਿਹਾ ਥੱਪੜ ਮਾਰਿਆ ਸੀ, ਰਾਹੁਲ ਨੇ ਝੇਂਪਦੇ ਹੋਏ ਜਵਾਬ ਦਿੱਤਾ। ਪਰ ਮੇਰੇ ਦੋਸਤਾਂ ਸਾਹਮਣੇ ਬੇਇੱਜ਼ਤੀ ਹੋਈ ਹੈ। ਅੱਜ ਸਾਰੇ ਸਵਾਲ ਸਹੀ ਕਰਕੇ ਤੂੰ ਉਸੇ ਮੈਡਮ ਤੋਂ ਸ਼ਾਬਾਸ਼ ਵੀ ਲੈ ਸਕਦਾ ਹੈ। ਫਿਰ ਹਾਂ ਵਿੱਚ ਸਿਰ ਹਿਲਾਉਂਦਿਆਂ ਰਾਹੁਲ ਮੁਸਕਰਾ ਕੇ ਸਕੂਲ ਚਲਾ ਗਿਆ। ਰਾਹੁਲ ਦੇ ਮਾਤਾ ਪਿਤਾ ਨੂੰ ਬੱਚੇ ਨੂੰ ਸਮਝਾਉਣ ਦਾ ਢੰਗ ਸਮਝ ਆ ਗਿਆ ਸੀ ਵੀ ਕਿਵੇਂ ਸਮਝਾਉਣਾ ਹੈ। ਦਾਦਾ ਜੀ ਤੋਂ ਉਹਨਾਂ ਸਿੱਖ ਲਿਆ। ਨਾ ਮੈਨੂੰ ਇਹ ਦੱਸੋ, ਤੁਸੀਂ ਆਪਣੇ ਬੱਚੇ ਨੂੰ ਨਹੀਂ ਮਾਰਦੇ? ਜੇ ਮੈਡਮ ਨੇ ਉਹਦੇ ਦੋ ਲਾ ਦਿੱਤੀਆਂ ਤਾਂ ਕਿਹੜੀ ਹਨੇਰੀ ਝੁੱਲ ਗਈ। ਯਾਦ ਰੱਖੋ, ਤੁਹਾਡੇ ਤੋਂ ਬਾਅਦ ਸਕੂਲ ਵਿੱਚ ਬੱਚਿਆਂ ਦੇ ਮਾਂ-ਬਾਪ ਅਧਿਆਪਕ ਹੀ ਹਨ। ਹਾਂ, ਮੈਂ ਤੁਹਾਡੀ ਇਸ ਗੱਲ ਤੋਂ ਸਹਿਮਤ ਹਾਂ ਕਿ ਅਧਿਆਪਕਾਂ ਨੂੰ ਬੱਚਿਆਂ ਨੂੰ ਜ਼ਰਾ ਹਿਸਾਬ ਨਾਲ ਹੀ ਹੱਥ ਲਾਉਣਾ ਚਾਹੀਦਾ ਹੈ। ਬਲਕਿ ਅਧਿਆਪਕ ਦੀ ਤਾਂ ਘੂਰੀ ਹੀ ਕਾਫੀ ਹੁੰਦੀ ਹੈ, ਦਾਦਾ ਜੀ ਬੋਲੇ। ਦਾਦਾ ਜੀ, ਮੈਨੂੰ ਮਾਫ਼ ਕਰਨਾ, ਮੈਨੂੰ ਘਰ ਰੋਂਦੇ ਹੋਏ ਨਹੀਂ ਸੀ ਆਉਣਾ ਚਾਹੀਦਾ। ਮੈਨੂੰ ਮੰਮੀ ਪਾਪਾ ਨੂੰ ਨਹੀਂ ਸੀ ਦੱਸਣਾ ਚਾਹੀਦਾ ਕਿ ਮੈਡਮ ਨੇ ਮੈਨੂੰ ਮਾਰਿਆ ਹੈ। ਤੁਹਾਡੀਆਂ ਗੱਲਾਂ ਨੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ। ਸਾਡੇ ਅਸਲੀ ਮਾਂ-ਬਾਪ ਸਾਡੇ ਅਧਿਆਪਕ ਹੀ ਹਨ। ਸਾਨੂੰ ਉਹਨਾਂ ਦਾ ਪੂਰਾ ਪੂਰਾ ਸਤਿਕਾਰ ਕਰਨਾ ਚਾਹੀਦਾ ਹੈ। ਮੈਂ ਕੱਲ੍ਹ ਨੂੰ ਆਪਣੀ ਮੈਡਮ ਕੋਲੋਂ ਵੀ ਜਾ ਕੇ ਮਾਫ਼ੀ ਮੰਗਾਂਗਾ। ਮੈਂ ਹੁਣ ਖੂਬ ਮਿਹਨਤ ਕਰਿਆ ਕਰਾਂਗਾ ਤਾਂ ਕਿ ਅਧਿਆਪਕ ਨੂੰ ਮੈਨੂੰ ਸਜ਼ਾ ਦੇਣ ਦੀ ਲੋੜ ਹੀ ਨਾ ਪਵੇ। ਬੱਚਿਓ, ਅਰਵਿੰਦ ਨੂੰ ਸਾਰੀ ਗੱਲ ਦਾਦਾ ਜੀ ਕੋਲੋਂ ਸਮਝ ਪੈ ਜਾਂਦੀ ਆ। ਅਰਵਿੰਦ ਨੂੰ ਸਾਰੀ ਗੱਲ ਸਮਝ ਆ ਜਾਂਦੀ ਕਿ ਅਧਿਆਪਕਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਅਧਿਆਪਕਾਂ ਦੀ ਗੱਲ ਦਾ ਗੁੱਸਾ ਨਹੀਂ ਮਨਾਉਣਾ ਚਾਹੀਦਾ। ਜੋ ਵੀ ਅਧਿਆਪਕ ਸਮਝਾਉਂਦੇ ਆ ਉਹਦੇ ਭਲੇ ਲਈ ਹੀ, ਬੱਚਿਆਂ ਦੇ ਭਲੇ ਲਈ ਹੀ ਸਮਝਾਉਂਦੇ ਹਨ ਅਤੇ ਕਹਿੰਦੇ ਹਨ। ਪੰਨਾ ਨੰਬਰ 32। ਮੰਮੀ ਪਾਪਾ ਜੀ, ਤੁਸੀਂ ਵੀ ਮੈਨੂੰ ਮਾਫ਼ ਕਰਨਾ। ਮੈਂ ਅੱਗੋਂ ਕਦੀ ਅਜਿਹਾ ਕੰਮ ਨਹੀਂ ਕਰਾਂਗਾ ਜਿਸ ਨਾਲ ਤੁਹਾਨੂੰ ਕੋਈ ਦੁੱਖ ਪਹੁੰਚੇ। ਰਾਜਕੁਮਾਰ ਅਤੇ ਨੀਲਮ ਨੇ ਅਰਵਿੰਦ ਨੂੰ ਜੱਫੀ ਵਿੱਚ ਲੈਂਦਿਆਂ ਕਿਹਾ। ਸ਼ਾਬਾਸ਼ ਮੇਰੇ ਬੱਚੇ, ਤੂੰ ਸਾਡੀਆਂ ਵੀ ਅੱਖਾਂ ਖੋਲ੍ਹ ਦਿੱਤੀਆਂ ਹਨ। ਅਰਵਿੰਦ ਦੇ ਦਾਦਾ ਜੀ ਆਪਣੀ ਜਿੱਤ 'ਤੇ ਮੁਸਕਰਾਉਂਦੇ ਹੋਏ ਆਪਣੇ ਕਮਰੇ ਵੱਲ ਚੱਲ ਪਏ। ਜਿੱਤ 'ਤੇ ਭਾਵ ਦਾਦਾ ਜੀ ਨੇ ਜੋ ਵੀ ਗੱਲ ਸਮਝਾਈ ਉਹਦੇ ਨਾਲ ਅਰਵਿੰਦ, ਉਸਦੇ ਮੰਮੀ, ਉਸਦੇ ਪਾਪਾ ਤਿੰਨੇ ਸਮਝ ਗਏ ਸੀ। ਸੋ ਬੱਚਿਓ, ਅਸੀਂ ਅੱਜ ਇਹ ਪਾਠ ਪੜ੍ਹਿਆ। ਹੁਣ ਸਾਨੂੰ ਇਹ ਪਾਠ ਪੜ੍ਹ ਕੇ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਆਪਣੇ ਅਧਿਆਪਕਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਗੁਰੂ ਸਮਾਨ ਅਧਿਆਪਕਾਂ ਦੀ ਕਹੀ ਗੱਲ ਦਾ ਗੁੱਸਾ ਨਹੀਂ ਮਨਾਉਣਾ ਚਾਹੀਦਾ, ਕਿਉਂਕਿ ਅਧਿਆਪਕ ਬੱਚਿਓ ਜੋ ਵੀ ਕਹਿੰਦੇ ਹਨ ਉਹ ਭਲੇ ਲਈ ਹੀ ਕਹਿੰਦੇ ਹਨ ਅਤੇ ਬੱਚੇ ਨੂੰ ਸਹੀ ਮਾਰਗ ਦਿਖਾਉਂਦੇ ਹਨ। ਸੋ ਬੱਚਿਓ, ਅਸੀਂ ਅੱਜ ਇਸ ਪਾਠ ਤੋਂ ਅਧਿਆਪਕਾਂ ਦਾ ਸਤਿਕਾਰ ਕਰਨਾ ਸਿੱਖਿਆ ਅਤੇ ਇਹ ਸੀ ਪਾਠ ਨੰਬਰ ਸਾਡੀ ਪੰਜਾਬੀ ਦੀ ਪਾਠ ਪੁਸਤਕ ਦਾ ਪਾਠ ਨੰਬਰ 5, ਅਧਿਆਪਕਾਂ ਦਾ ਸਤਿਕਾਰ। ਸੋ ਸਾਰੇ ਬੱਚਿਆਂ ਨੇ ਹੁਣ ਇਸ ਪਾਠ ਨੂੰ ਚੰਗੀ ਤਰ੍ਹਾਂ ਪੜ੍ਹਨਾ ਹੈ ਅਤੇ ਪਾਠ ਨੂੰ ਸਮਝਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।